ਅੱਜ ਦੇ ਟਾਈਮ ਵਿੱਚ ਕਈ ਇਦਾਂ ਦੀਆਂ ਆਪਸ਼ਨਸ ਹੁੰਦੀਆਂ ਨੇ ਜਿਹਦੇ ਵਿੱਚ ਬੱਚੇ ਆਈਲੈਟਸ ਦੇ ਨਾਲ ਜਾਂ ਵਿਦਆਊਟ ਆਈਲੈਟਸ ਵੀ ਜਾ ਸਕਦੇ ਆ। ਇਹ ਹੁਣ ਡਿਪੈਂਡ ਕਰਦਾ ਕਿ ਕਿੱਦਾਂ ਦੀ ਜੌਬ ਉਹ ਕਰਨਾ ਚਾਹੁੰਦੇ ਆ ਜਾਂ ਕਿਵੇਂ ਦਾ ਉਹਨਾਂ ਕੋਲ ਐਕਸਪੀਰੀਅੰਸ ਹੈਗਾ, ਉਸ ਦੇ ਤਰੀਕੇ ਦੇ ਨਾਲ ਉਹ ਵਿਦ ਆਈਲੈਟਸ ਤੋਂ ਵੀ ਜਾ ਸਕਦੇ ਆ। ਕਈ ਵਾਰ ਇਦਾਂ ਹੁੰਦਾ ਨਾ ਵੀ ਜਿੱਕਣਾ ਹੁਣ ਸਟੂਡੈਂਟ ਹੁੰਦੇ ਨੇ ਡੌਂਕੀ ਤੋਂ ਵੀ ਡਰਦੇ ਨੇ ਕਿ ਇਦਾਂ ਦਾ ਕੋਈ ਖਤਰਾ ਤਾਂ ਨਹੀਂ ਹੈ? ਨਹੀਂ, ਦੇਖੋ ਉਹ ਜਿਹੜੇ ਤਰੀਕੇ ਨੇ ਗਲਤ ਤਰੀਕੇ ਨੇ ਜਾਣ ਦੇ ਬਾਹਰ, ਜਦੋਂ ਤੁਹਾਡੇ ਕੋਲ ਸਿੱਧੇ ਤਰੀਕੇ ਹੈਗੇ ਨੇ ਬਾਹਰਲੇ ਮੁਲਕ ਦੇ ਵਿੱਚ ਜਾਣ ਦੇ, ਤੁਹਾਨੂੰ ਗਲਤ ਤਰੀਕੇ ਦਾ ਰਾਹ ਜਿਹੜਾ ਹੈਗਾ ਉਹ ਨਹੀਂ ਤੁਹਾਨੂੰ ਚੂਜ਼ ਕਰਨਾ ਚਾਹੀਦਾ। ਇਹ ਸਿੱਧਾ ਤਰੀਕਾ ਹੈ, ਸਰਕਾਰ ਨੂੰ ਤੁਸੀਂ ਦੱਸ ਕੇ ਜਾਂਦੇ ਹੋ, ਜੋ ਸ਼ਰਤਾਂ ਨੇ ਉਹ ਪੂਰੀਆਂ ਕਰਦੇ ਹੋ, ਇੱਕ ਨੰਬਰ ਦੇ ਵਿੱਚ ਤੁਸੀਂ ਜਾਂਦੇ ਹੋ, ਤੁਹਾਨੂੰ ਕਿਸੇ ਵੀ ਤਰੀਕੇ ਤੁਹਾਡੀ ਜਾਨ ਨੂੰ ਕਿਸੇ ਵੀ ਤਰੀਕੇ ਦਾ ਖਤਰਾ ਨਹੀਂ ਹੁੰਦਾ। ਤੁਹਾਨੂੰ ਜਿਹੜੀ ਟੂਰਿਸਟ ਵੀਜ਼ਾ ਦਾ ਵੀ ਬਹੁਤ ਰੌਲਾ ਪੈ ਰਿਹਾ, ਐਡਸ ਵਗੈਰਾ ਬਹੁਤ ਚੱਲ ਰਹੇ, ਕੋਈ ਐਕਸਪਲੇਨ ਕਰਨਾ ਚਾਹੋਗੇ ਇਸ ਬਾਰੇ? ਹਾਂਜੀ, ਦੇਖੋ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਜਾਂ ਟੂਰਿਸਟ ਵੀਜ਼ਾ ਉਹ ਇੱਕ ਤਰੀਕੇ ਨਾਲ ਸਕੈਮ ਦੇ ਤਰੀਕੇ ਨਾਲ ਵੇਚਿਆ ਜਾ ਰਿਹਾ। ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਵਿਜ਼ਟਰ ਵੀਜ਼ੇ 'ਤੇ ਜਾ ਸਕਦੇ ਹੋ, ਠੀਕ ਹੈ ਜੀ, 10-15 ਹਜ਼ਾਰ ਰੁਪਏ ਦਾ ਸਾਰਾ ਖਰਚਾ ਉਹ ਕਰਕੇ ਤੁਸੀਂ ਬਾਹਰ ਚਲੇ ਜਾਓ। ਪਰ ਗੱਲ ਇਹ ਹੈ ਕਿ ਵਿਜ਼ਟਰ ਵੀਜ਼ੇ ਦੀਆਂ ਵੀ ਕੁਝ ਸ਼ਰਤਾਂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਬੰਦਾ ਪੂਰਾ ਨਹੀਂ ਕਰ ਸਕਦਾ। ਵਿਜ਼ਟਰ ਵੀਜ਼ੇ ਨਾਲੋਂ ਜਿਹੜੀ ਤੁਹਾਡੇ ਵਰਕ ਵੀਜ਼ੇ ਦੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਨੀਆਂ ਜ਼ਿਆਦਾ ਸੌਖੀਆਂ ਹੁੰਦੀਆਂ ਨੇ। ਇੱਕ ਸਕੈਮ ਆ ਜੀ, ਤੁਹਾਨੂੰ ਸਿਰਫ 10-15 ਹਜ਼ਾਰ ਰੁਪਏ ਦੇ ਪਿੱਛੇ ਹੀ ਤੁਹਾਡੇ ਨਾਲ ਇੱਕ ਧੱਕਾ ਕੀਤਾ ਜਾਂਦਾ। ਜੇ ਤੁਹਾਡਾ ਵਿਜ਼ਟਰ ਵੀਜ਼ਾ ਕਿਸੇ ਤਰੀਕੇ ਰਿਫਿਊਜ਼ ਹੁੰਦਾ, ਤੁਸੀਂ ਆਪਣੇ ਵਰਕ ਪਰਮਿਟ ਜਾਂ PR ਤੇ ਜਾਣ ਦੇ ਰਸਤੇ ਵੀ ਇੱਕ ਤਰੀਕੇ ਨਾਲ ਬੰਦ ਕਰ ਲੈਂਦੇ ਹੋ। ਕੋਈ ਘਬਰਾਉਣ ਦੀ ਲੋੜ ਨਹੀਂ, ਬਸ ਇੱਕੋ ਨਾਮ ਫਲਾਈਂਗ ਪੈਟਸ ਇਮੀਗ੍ਰੇਸ਼ਨ ਸ਼ਹਿਰ ਖੰਨਾ। ਵੱਧ ਚੜ ਕੇ ਆਓ, ਇਹਨਾਂ ਨਾਲ ਸੰਪਰਕ ਕਰੋ। ਅਸੀਂ ਤਾਂ ਪਿਛਲੇ 2-3 ਸਾਲ ਤੋਂ ਕੰਮ ਕਰ ਰਹੇ ਹਾਂ ਜੀ, ਸਾਡੇ ਕੋਲ ਅਪਰੂਵਲਸ ਪਈਆਂ ਨੇ। ਅਸੀਂ ਕਾਫੀ ਬੱਚਿਆਂ ਦਾ ਇਸ ਟਾਈਮ ਤੇ ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਤੇ PR ਦੀਆਂ ਫਾਈਲਾਂ ਵੀ ਲਾ ਚੁੱਕੇ ਹਾਂ। ਸਾਡੇ ਰੋਜ਼ ਹੀ ਕਿਸੇ ਨਾ ਕਿਸੇ ਦੇ ਕੋਈ ਦਾ ਵਰਕ ਪਰਮਿਟ ਆ ਰਿਹਾ ਜਾਂ ਕਿਸੇ ਦਾ PR ਦੀ ਫਾਈਲ ਆ ਰਹੀ, ਉਹ ਅਸੀਂ ਆਪਣੇ ਪੇਜਸ ਜਿਹੜੇ ਹੈਗੇ ਆ ਉਹਨਾਂ 'ਤੇ ਸ਼ੇਅਰ ਕਰਦੇ ਰਹਿੰਦੇ ਹਾਂ। ਹਾਂਜੀ, ਬਾਕੀ ਜੇ ਕਿਸੇ ਨੇ ਆਉਣਾ ਸਾਡੇ ਆਫਿਸ 'ਚ ਆ ਕੇ ਦੇਖ ਸਕਦੇ, ਸਾਡੇ ਇੱਥੇ ਅਪਰੂਵਲ ਸਾਡੇ ਕੋਲ ਪਈਆਂ ਹੁੰਦੀਆਂ ਨੇ, ਤੁਸੀਂ ਆ ਕੇ ਦੇਖ ਵੀ ਸਕਦੇ ਹੋ। ਮਤਲਬ ਦਿੱਕਤ ਤਾਂ ਨਹੀਂ ਆਉਂਦੀ। ਦੇਖ ਸਕਦੇ ਮੇਰੇ ਪਿੱਛੇ ਲੋਗੋ ਵੀ ਲੱਗਿਆ ਹੋਇਆ ਇਹਨਾਂ ਦਾ, ਫਲਾਈਂਗ ਪੈਟਰਨਸ ਇਮੀਗ੍ਰੇਸ਼ਨ। ਮਤਲਬ ਕਿ ਬਹੁਤ ਵਧੀਆ ਦਫ਼ਤਰ ਹੈ, 2-3 ਸਾਲਾਂ ਤੋਂ ਵਰਕ ਕਰ ਰਹੇ ਨੇ ਮਾਰਕੀਟ ਦੇ ਵਿੱਚ। ਅਨੇਕਾਂ ਸਟੂਡੈਂਟ ਇੱਥੋਂ ਜਾ ਚੁੱਕੇ ਨੇ, ਚਾਹੇ ਵਰਕ ਪਰਮਿਟ ਹੋਵੇ, PR ਦੇ ਉੱਪਰ ਹੋਵੇ। ਜਿਹੜੇ ਕਲਾਇੰਟ ਨੇ ਜਾਂ ਜਿਹੜੀ ਆਮ ਪਬਲਿਕ ਹੈਗੀ ਆ, ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਕਿ ਉਹ ਸਿੱਧਾ ਵਰਕ ਪਰਮਿਟ ਜਾਂ PR ਤੇ ਵੀ ਜਾ ਸਕਦੇ ਨੇ। ਉਹ ਕੈਨੇਡਾ ਜਾਣਾ ਚਾਹੁੰਦੇ ਪਰ ਉਹ ਸੈਟਲ ਹੋਣ ਦੇ ਲਈ ਜਾਣਾ ਚਾਹੁੰਦੇ ਆ। ਦੇਖੋ, ਜੇ ਤੁਸੀਂ ਸੈਟਲ ਹੋਣਾ ਚਾਹੁੰਦੇ, ਤੁਸੀਂ ਘੁੰਮਣ ਫਿਰਨ ਦੇ ਵੀਜ਼ੇ ਤੇ ਕਿਉਂ ਜਾ ਰਹੇ ਹੋ? ਤੁਸੀਂ ਸੈਟਲ ਹੋਣਾ ਤੁਸੀਂ ਵਰਕ ਦੇ ਤੌਰ ਤੇ ਜਾਓ, ਤੁਸੀਂ PR ਦੇ ਤੌਰ ਤੇ ਜਾਓ। ਜੇ ਤੁਸੀਂ ਇੱਧਰੋਂ ਇੱਕ ਵਾਰ ਘੁੰਮਣ ਫਿਰਨ ਦੇ ਤਰੀਕੇ ਤੇ ਵੀ ਜਾ ਰਹੇ ਹੋ, ਫਿਰ ਵੀ ਜਾ ਕੇ ਤੁਸੀਂ ਵਰਕ ਪਰਮਿਟ ਹੀ ਲੈਣਾ। ਪਰ ਇੱਧਰ ਜਿਹੜੇ ਇਹ ਚੀਜ਼ ਵੇਚੀ ਜਾਂਦੀ, ਉਹਦਾ ਕਾਰਨ ਇਹ ਹੈ ਕਿ ਇੱਥੇ ਦੇ ਜੋ ਲੋਕਲ ਏਜੰਟਸ ਨੇ ਉਹਨਾਂ ਕੋਲੇ ਇਹ ਨੌਲੇਜ ਨਹੀਂ ਹੁੰਦੀ ਜਾਂ ਇਹ ਆਪਸ਼ਨਸ ਨਹੀਂ ਹੁੰਦੀਆਂ ਕਿ ਤੁਹਾਨੂੰ ਵਰਕ ਪਰਮਿਟ ਤੇ ਭੇਜ ਸਕਣ। ਸੋ ਜੋ ਚੀਜ਼ ਉਹਨਾਂ ਕੋਲੇ ਹੈਗੀ ਤੁਹਾਨੂੰ ਸਿਰਫ ਉਹੀ ਦੱਸੀ ਜਾਂਦੀ ਆ, ਤੁਹਾਨੂੰ ਸਾਰੀ ਚੀਜ਼ ਉਹਨਾਂ ਵੱਲੋਂ ਨਹੀਂ ਦੱਸੀ ਜਾਂਦੀ। ਤੁਸੀਂ ਵਰਕ ਪਰਮਿਟ ਦੇ ਉੱਪਰ ਜਿਹੜਾ ਟਾਈਮ ਹੈ 4 ਤੋਂ 6 ਮਹੀਨੇ ਦਾ ਲੱਗਦਾ, ਤੁਸੀਂ ਖਰਚਾ ਕਿੰਨਾ ਕੁ ਜਾਂਦਾ ਸਟੂਡੈਂਟ ਦਾ? ਦੇਖੋ, ਖਰਚਾ ਜਿਹੜਾ ਹੈਗਾ ਜੀ ਉਹ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਦੇ ਉੱਤੇ, ਠੀਕ ਹੈ ਜੀ। ਤੁਸੀਂ ਕਿਹੜੀ ਕੰਟਰੀ ਤੇ ਕਿਹੜੀ ਸਟੇਟ ਦੇ ਵਿੱਚ ਜਾ ਰਹੇ ਹੋ, ਕਿਹੜੀ ਪ੍ਰੋਵਿੰਸ 'ਚ ਜਾ ਰਹੇ ਹੋ, ਕਿੱਦਾਂ ਦੀ ਤੁਸੀਂ ਜੌਬ ਦੇ ਵਿੱਚ ਜਾਣਾ, ਕਿੱਦਾਂ ਦੇ ਤੁਹਾਡੇ ਕੋਲ ਡਾਕੂਮੈਂਟ ਹੈਗਾ, ਉਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਤੁਹਾਡੀ ਫੀਸ ਆ ਉਹ ਡਿਪੈਂਡ ਕਰਦੀ ਹੈ। ਪਰ ਜਿਹੜਾ ਸਾਡਾ ਫੀਸ ਲੈਣ ਦਾ ਤਰੀਕਾ ਹੈਗਾ, ਅਸੀਂ ਸਿਰਫ ਜਿਹੜੀ ਸਰਕਾਰੀ ਫੀਸ ਆ ਉਹ ਅਸੀਂ ਪਹਿਲਾਂ ਲੈਂਦੇ ਹਾਂ, ਬਾਕੀ ਸਾਰੀ ਫੀਸ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਵਿੱਚ ਹੀ ਲੈਂਦੇ ਹਾਂ। ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਤੁਹਾਡੀ ਫੀਸ? ਹਾਂਜੀ, ਪਹਿਲਾਂ ਅਸੀਂ ਸਿਰਫ ਸਰਕਾਰੀ ਫੀਸ ਲੈਂਦੇ ਹਾਂ। ਹਾਂਜੀ, ਜੇ ਆਪਾਂ ਗੱਲ ਕਰੀਏ, ਸਟੂਡੈਂਟਸ ਨੇ ਆਈਲੈਟਸ ਵੀ ਕੀਤੀ ਹੁੰਦੀ ਹੈ, ਬਿਨਾਂ ਆਈਲੈਟਸ ਤੋਂ ਵੀ ਵਰਕ ਪਰਮਿਟ ਤੇ ਬਾਹਰ ਜਾ ਸਕਦੇ ਨੇ? ਹਾਂਜੀ ਜੀ, ਇੱਕ ਗੱਲ ਕੀਤੀ ਹੈ ਵੀ ਉੱਥੇ ਜਾ ਕੇ ਜਿਹੜੀ ਤੁਹਾਨੂੰ ਜੋਬ ਵਗੈਰਾ ਤੁਸੀਂ ਆਪ ਪ੍ਰੋਵਾਈਡ ਕਰਵਾਉਂਦੇ ਹੋ, ਕੰਟੈਕਟ ਹੁੰਦਾ? ਹਾਂਜੀ, ਦੇਖੋ ਸਾਡੇ ਜਿਹੜੇ ਦਫ਼ਤਰ ਹੈਗੇ ਨੇ ਜੀ, ਸਾਡੇ ਕੈਨੇਡਾ ਵਿੱਚ ਵੀ 2 ਦਫ਼ਤਰ ਹੈਗੇ ਆ, ਠੀਕ ਹੈ ਜੀ। ਇਹ ਸਾਡਾ ਜਿਵੇਂ ਇੱਕ ਲਾਇਸੈਂਸ ਆ, ਇੱਕ ਕੈਨੇਡੀਅਨ ਗਵਰਨਮੈਂਟ ਵੱਲੋਂ ਸਾਨੂੰ ਦਿੱਤਾ ਗਿਆ, ਠੀਕ ਹੈ ਜੀ। ਫਿਰ ਸਾਡੇ ਕੋਲ ਜਿਹੜਾ ਲਾਇਸੈਂਸ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਦਿੱਤਾ ਜਾਂਦਾ ਉਹ ਵੀ ਸਾਡੇ ਕੋਲ ਹੈਗਾ, ਠੀਕ ਹੈ ਜੀ। ਸੋ ਅਸੀਂ ਲਾਇਸੈਂਸ ਦੇ ਨਾਲ ਸਾਰਾ ਕੰਮ ਕਰਦੇ ਹਾਂ। ਸਾਡੇ ਕੋਲ ਉੱਧਰ ਇੰਨੀ ਆਪਸ਼ਨਸ ਹੈਗੀਆਂ ਨੇ ਕਿ ਤੁਹਾਨੂੰ ਅਸੀਂ ਜੌਬ ਦਿਵਾ ਸਕਦੇ ਹਾਂ, ਜੋ ਵੀ ਪੇ ਰੇਟ ਹੁੰਦਾ ਉੱਥੇ ਦਾ, ਜੋ ਮਤਲਬ ਤੁਹਾਨੂੰ ਪੈਸੇ ਮਿਲਦੇ ਆ ਉਹ ਪ੍ਰੋਪਰ ਦਿੱਤੇ ਜਾਂਦੇ ਨੇ। ਕੈਨੇਡਾ 2 ਦਫ਼ਤਰ ਨੇ ਜੀ, ਇੱਕ ਮਿਸੀਸਾਗਾ ਸ਼ਹਿਰ ਦੇ ਵਿੱਚ ਆ, ਉਹ ਵੀ ਹੱਬ ਦੇ ਵਿੱਚ ਆ, ਇੱਕ ਦੂਸਰਾ ਹੈਗਾ ਮੌਂਟਰੀਅਲ ਦੇ ਵਿੱਚ, ਉਹ ਵੀ ਸੋ ਮੇਨ ਹੱਬ ਦੇ ਵਿੱਚ ਆ। ਤੇ ਤੁਹਾਨੂੰ ਸਾਡੇ ਦਫ਼ਤਰ ਦੇ ਵਿੱਚ ਉੱਥੇ ਜਾਣਾ ਬਹੁਤ ਸੌਖਾ ਹੈ, ਹਾਈਵੇ ਦੇ ਬਿਲਕੁਲ ਨਾਲ ਸਾਡੇ ਜਿਹੜੇ ਦਫ਼ਤਰ ਨੇ ਉੱਥੇ ਹੈਗੇ ਆ, ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਸੋ ਅਸੀਂ ਸਿਰਫ ਇੱਥੋਂ ਤੁਹਾਨੂੰ ਭੇਜਣਾ ਸਾਡਾ ਕੰਮ ਨਹੀਂ ਆ ਕੈਨੇਡਾ ਦੇ ਵਿੱਚ, ਉੱਥੇ ਜਾ ਕੇ ਤੁਹਾਨੂੰ ਸੈਟਲ ਕਰਵਾਉਣਾ ਵੀ ਸਾਡਾ ਕੰਮ ਆ। ਉੱਧਰ ਜਾ ਕੇ ਵੀ ਤੁਸੀਂ ਸਾਡੇ ਆਫਿਸ ਦੇ ਵਿੱਚ ਜਾ ਸਕਦੇ ਹੋ, ਸਾਨੂੰ ਮਿਲ ਸਕਦੇ ਹੋ, ਸਾਡੇ ਸਟਾਫ ਨੂੰ ਮਿਲ ਸਕਦੇ ਹੋ। ਤੁਹਾਨੂੰ ਪੂਰਾ ਅਸੀਂ ਮਤਲਬ ਇੱਕ ਰਸਤਾ ਬਣਾ ਕੇ ਦੇਵਾਂਗੇ ਤੁਹਾਡੇ ਪੱਕੇ ਹੋਣ ਤੱਕ ਦਾ। ਕਿਸ ਤਰ੍ਹਾਂ ਦੀ, ਠੀਕ ਆ ਜੀ, ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਪ੍ਰੋਪਰ। ਜਿਹੜੇ ਪ੍ਰੋਫਾਈਲ ਦੇ ਵਿੱਚ ਤੁਸੀਂ ਆਪਣੀ PR ਦੀ ਫਾਈਲ ਲਗਾ ਰਹੇ ਹੋ, ਤੁਸੀਂ ਆਪਣੇ ਹਸਬੈਂਡ, ਵਾਈਫ ਤੇ ਬੱਚਿਆਂ ਨਾਲ PR ਜਾ ਸਕਦੇ ਹੋ। ਆਈਲੈਟਸ ਦੀ ਬਹੁਤ ਘੱਟ ਲੋੜ ਹੁੰਦੀ ਹੈ, ਉਹਦੇ ਵਿੱਚ 5 ਬੈਂਡ ਚਾਹੀਦਾ, ਸਿਰਫ 5 ਓਵਰਆਲ ਬੈਂਡ ਚਾਹੀਦੇ ਜਾਂ 5 ਈਚ ਕਹਿ ਸਕਦੇ ਹਾਂ ਬੈਂਡ ਚਾਹੀਦੇ। ਉਹਦੇ ਵਿੱਚ ਤੁਸੀਂ ਆਪਣੇ ਫੈਮਿਲੀ ਦੇ ਨਾਲ PR ਜਾ ਸਕਦੇ ਹੋ। ਹਾਂਜੀ, ਕੀ ਤੁਸੀਂ ਸੋਚ ਰਹੇ ਹੋ ਕੈਨੇਡਾ ਦੇ ਵਿੱਚ ਜਾ ਕੇ ਕੰਮ ਕਰਨ ਬਾਰੇ ਜਾਂ ਆਪਣੀ ਫੈਮਿਲੀ ਦੇ ਨਾਲ ਉੱਥੇ ਰਹਿਣ ਬਾਰੇ?
ਤਾਂ ਹਾਂਜੀ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਆ ਸ਼ਹਿਰ ਖੰਨਾ ਦੇ ਵਿੱਚ ਜੀਟੀਬੀ ਮਾਰਕੀਟ ਖੰਨਾ ਜਿੱਥੇ ਕਿ ਫਲਾਈਂਗ ਪੈਟਰਨਸ ਇਮੀਗ੍ਰੇਸ਼ਨ ਤੇ ਅੱਜ ਪਹੁੰਚੇ ਆ। ਸਾਨੂੰ ਸਮਝਾਉਣਗੇ ਵੀ ਵਰਕ ਪਰਮਿਟ ਕਿਸ ਤਰ੍ਹਾਂ ਲੱਗਦਾ, ਇਮੀਗ੍ਰੇਸ਼ਨ ਦਾ ਮਤਲਬ ਕੀ ਹੁੰਦਾ, ਕਿਸ ਤਰ੍ਹਾਂ ਆਪਾਂ ਬਾਹਰ ਜਾ ਕੇ ਉੱਥੇ ਰਹਿ ਸਕਦੇ ਆ ਆਪਣੀ ਫੈਮਿਲੀ ਦੇ ਨਾਲ। ਇਹ ਵੀ ਕਿਉਂਕਿ ਅੱਜ ਕੱਲ ਟੂਰਿਸਟ ਵੀਜ਼ਾ ਦਾ ਵੀ ਬਹੁਤ ਜ਼ਿਆਦਾ ਰੋਲ ਹੈ। ਸਾਰੀਆਂ ਗੱਲਾਂ ਆਪਾਂ ਖੋਲਾਂਗੇ, ਪੂਰੀ ਵਿਚਾਰ ਹੈ ਜੋ ਸਾਡੇ ਨਾਲ ਗੁਰਸਿਮਰਜੀਤ ਸਿੰਘ ਜੋ ਸਰ ਨੇ ਇੱਥੋਂ ਦੇ ਇਮੀਗ੍ਰੇਸ਼ਨ ਕੰਸਲਟੈਂਟ ਸਾਡੇ ਨਾਲ ਗੱਲਬਾਤ ਕਰਾਂਗੇ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਇਮੀਗ੍ਰੇਸ਼ਨ ਦਾ ਮਤਲਬ ਕੀ ਹੁੰਦਾ, ਸਮਝਾਉਣਾ ਚਾਹੋਗੇ? ਇਮੀਗ੍ਰੇਸ਼ਨ ਦਾ ਮਤਲਬ ਹੁੰਦਾ ਜੀ ਜੇਕਰ ਤੁਸੀਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਜਾਣਾ ਕੰਮ ਕਰਨ ਦੇ ਲਈ ਜਾਂ ਪੜ੍ਹਾਈ ਕਰਨ ਦੇ ਲਈ ਜਾਂ ਤੁਸੀਂ ਕੋਈ ਰੁਜ਼ਗਾਰ ਦੇ ਵਧੀਆ ਮੌਕੇ ਲੱਭ ਰਹੇ ਹੋ ਜਾਂ ਪਰਮਾਨੈਂਟ ਕਿਸੇ ਪਾਸੇ ਸੈਟਲ ਹੋਣਾ ਚਾਹੁੰਦੇ ਹੋ, ਇਮੀਗ੍ਰੇਸ਼ਨ ਦਾ ਮਤਲਬ ਅੱਜ ਦੇ ਮਾਇਨੇ ਵਿੱਚ ਇਹ ਹੁੰਦਾ ਜੀ। ਹਾਂਜੀ, ਜੇ ਆਪਾਂ ਗੱਲ ਕਰੀਏ ਸਟੂਡੈਂਟਸ ਨੇ ਆਈਲੈਟਸ ਵੀ ਕੀਤੀ ਹੁੰਦੀ ਹੈ, ਬਿਨਾਂ ਆਈਲੈਟਸ ਤੋਂ ਵੀ ਵਰਕ ਪਰਮਿਟ ਤੇ ਬਾਹਰ ਜਾ ਸਕਦੇ ਨੇ। ਹਾਂਜੀ, ਅੱਜ ਦੇ ਟਾਈਮ ਵਿੱਚ ਕਈ ਇਦਾਂ ਦੀਆਂ ਆਪਸ਼ਨਸ ਹੁੰਦੀਆਂ ਨੇ ਜਿਹਦੇ ਵਿੱਚ ਬੱਚੇ ਆਈਲੈਟਸ ਦੇ ਨਾਲ ਜਾਂ ਵਿਦਆਊਟ ਆਇਲਸ ਵੀ ਜਾ ਸਕਦੇ ਆ। ਇਹ ਹੁਣ ਡਿਪੈਂਡ ਕਰਦਾ ਕਿ ਕਿੱਦਾਂ ਦੀ ਜੌਬ ਉਹ ਕਰਨਾ ਚਾਹੁੰਦੇ ਆ ਜਾਂ ਕਿਵੇਂ ਦਾ ਉਹਨਾਂ ਕੋਲ ਐਕਸਪੀਰੀਅੰਸ ਹੈਗਾ, ਉਸ ਦੇ ਤਰੀਕੇ ਦੇ ਨਾਲ ਉਹ ਵਿਦਾ ਆਈਲੈਟਸ ਤੋਂ ਵੀ ਜਾ ਸਕਦੇ ਆ। ਕਿੰਨਾ ਕੁ ਟਾਈਮ ਲੱਗ ਜਾਂਦਾ ਇਸ ਦੇ ਵਿੱਚ? ਇਸ ਦੇ ਵਿੱਚ 4 ਤੋਂ 6 ਮਹੀਨੇ ਦਾ ਟਾਈਮ ਲੱਗ ਜਾਂਦਾ ਜੀ, ਬਿਨਾਂ ਆਇਲਟਸ ਤੋਂ ਵੀ ਚਾਹੇ ਆਇਲਟਸ ਦੇ ਨਾਲ ਹੋਵੇ। ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸ ਆ ਉਹ 4 ਤੋਂ 6 ਮਹੀਨੇ ਦਾ ਅੱਜ ਦੇ ਟਾਈਮ 'ਚ। ਤੇ ਉਸ ਦੇ ਵਿੱਚ ਜਿਹੜੀ ਮਤਲਬ ਕਿ ਜਿਹੜੀ ਫੈਮਿਲੀ ਹੁੰਦੀ ਹੈ, ਜਿਹੜਾ ਸਟੂਡੈਂਟਸ ਵਗੈਰਾ ਹੁੰਦੇ ਬਾਹਰ ਦੇ ਵੀ ਹੋ ਸਕਦੇ ਨੇ, ਜਿਹੜਾ ਹਰਿਆਣੇ ਦੇ, ਪੰਜਾਬ ਦੇ, ਤੇ ਉਸ ਤੋਂ ਬਾਅਦ ਵੀ ਹਾਂਜੀ, ਕਿਸੇ ਵੀ ਜਗ੍ਹਾ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਕੁਝ ਸ਼ਰਤਾਂ ਹੁੰਦੀਆਂ ਨੇ ਆਪਣਾ ਕੈਨੇਡਾ ਸਰਕਾਰ ਦੀਆਂ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਜੇਕਰ ਆਈਲੈਟਸ ਵਾਲਾ ਕਰ ਰਹੇ ਤੁਹਾਡੀ ਆਈਲੈਟਸ ਦੀਆਂ ਸ਼ਰਤਾਂ ਹੁੰਦੀਆਂ ਨੇ। ਜੇਕਰ ਤੁਸੀਂ ਬਿਨਾਂ ਆਈਲੈਟਸ ਤੋਂ ਜਾ ਰਹੇ ਜੋ ਵੀ ਵਰਕ ਐਕਸਪੀਰੀਅੰਸ ਦੀ ਜੋ ਸ਼ਰਤਾਂ ਨੇ ਉਹ ਆਪਾਂ ਪੂਰੀਆਂ ਕਰਨੀਆਂ ਨੇ, ਉਸ ਤਰੀਕੇ ਨਾਲ ਤੁਸੀਂ ਆਪਣੇ ਪਰਿਵਾਰ ਦੇ ਨਾਲ ਵੀ ਬਾਹਰ ਜਾ ਸਕਦੇ ਹੋ। ਤੇ ਪਰਿਵਾਰ ਦਾ ਸਿਸਟਮ ਜਿੱਦਾਂ ਪੀਆਰ ਦਾ ਹੁੰਦਾ, ਜੋ ਫੈਮਿਲੀ ਦੇ ਵਿੱਚ ਕਿੰਨੇ ਪਰਸਨ ਜਾ ਸਕਦੇ ਨੇ ਬਾਹਰ? ਦੇਖੋ, ਤੁਹਾਡੇ ਪਰਿਵਾਰ ਦੇ ਵਿੱਚ ਜਿਹੜੀ ਕੈਨੇਡਾ ਸਰਕਾਰ ਆ ਉਹ ਗਿਣਦੀ ਆ ਤੁਹਾਡੇ ਹਸਬੈਂਡ ਵਾਈਫ ਤੇ ਬੱਚੇ ਜਿਹੜੇ 22 ਸਾਲ ਤੋਂ ਘੱਟ ਉਮਰ ਦੇ ਨੇ, ਉਹ ਤੁਹਾਡੇ ਪਰਿਵਾਰ ਦੇ ਵਿੱਚ ਗਿਣੇ ਜਾਂਦੇ ਆ। ਉਹਨਾਂ ਨੂੰ ਤੁਸੀਂ ਪਹਿਲਾਂ ਬੁਲਾ ਸਕਦੇ ਹੋ। ਬਾਕੀ ਜੇ ਗੱਲ ਕਰੀ ਤੁਹਾਡੇ ਮਾਤਾ ਪਿਤਾ ਦੀ ਜਾਂ ਭੈਣ ਭਰਾ ਦੀ, ਉਹਨਾਂ ਦੇ ਲਈ ਵੀ ਮੌਕੇ ਹੁੰਦੇ ਬਟ ਉਹ ਬਾਅਦ ਵਿੱਚ ਮਿਲਦੇ ਆ ਤੁਹਾਨੂੰ। ਕਈ ਵਾਰ ਇਦਾਂ ਹੁੰਦਾ ਨਾ ਵੀ ਜਿੱਕਣਾ ਹੁਣ ਸਟੂਡੈਂਟ ਹੁੰਦੇ ਨੇ ਡੋਂਕੀ ਤੋਂ ਵੀ ਡਰਦੇ ਨੇ, ਕਿ ਇਦਾਂ ਦਾ ਕੋਈ ਖਤਰਾ ਤਾਂ ਨਹੀਂ ਹੈ? ਨਹੀਂ, ਦੇਖੋ ਉਹ ਜਿਹੜੇ ਤਰੀਕੇ ਨੇ ਉਹ ਗਲਤ ਤਰੀਕੇ ਨੇ ਜਾਣ ਦੇ ਬਾਹਰ। ਜਦੋਂ ਤੁਹਾਡੇ ਕੋਲ ਸਿੱਧੇ ਤਰੀਕੇ ਹੈਗੇ ਨੇ ਬਾਹਰਲੇ ਮੁਲਕ ਦੇ ਵਿੱਚ ਜਾਣ ਦੇ, ਤੁਹਾਨੂੰ ਗਲਤ ਤਰੀਕਿਆਂ ਦਾ ਰਾਹ ਜਿਹੜਾ ਹੈਗਾ ਉਹ ਨਹੀਂ ਤੁਹਾਨੂੰ ਚੂਜ਼ ਕਰਨਾ ਚਾਹੀਦਾ। ਇਹ ਸਿੱਧਾ ਤਰੀਕਾ ਹੈ, ਸਰਕਾਰ ਨੂੰ ਤੁਸੀਂ ਦੱਸ ਕੇ ਜਾਂਦੇ ਹੋ, ਜੋ ਸ਼ਰਤਾਂ ਨੇ ਉਹ ਪੂਰੀਆਂ ਕਰਦੇ ਹੋ। 1 ਨੰਬਰ ਦੇ ਵਿੱਚ ਤੁਸੀਂ ਜਾਂਦੇ ਹੋ, ਤੁਹਾਨੂੰ ਕਿਸੇ ਵੀ ਤਰੀਕੇ ਤੁਹਾਡੀ ਜਾਨ ਨੂੰ ਕਿਸੇ ਵੀ ਤਰੀਕੇ ਦਾ ਖਤਰਾ ਨਹੀਂ ਹੁੰਦਾ। ਤੁਹਾਨੂੰ ਜਿਹੜੀ ਜੌਬ ਆ ਇੱਥੋਂ ਹੀ ਤੁਹਾਡੀ ਸਿਕਿਉਰ ਕਰਕੇ ਭੇਜਦਾ, ਤੁਹਾਨੂੰ ਉੱਤੇ ਜਾਂਦੇ ਸਰ ਕੰਮ ਮਿਲਦਾ। ਤੁਹਾਨੂੰ ਪੀਆਰ ਦੇ ਰਸਤੇ ਨੇ ਜਿਹੜੇ ਉਹ ਪ੍ਰੋਵਾਈਡ ਕੀਤੇ ਜਾਂਦੇ ਨੇ। ਤੁਸੀਂ ਇੱਕ ਗੱਲ ਕੀਤੀ ਹੈ ਵੀ ਉੱਥੇ ਜਾ ਕੇ ਜਿਹੜੀ ਤੁਹਾਨੂੰ ਜੌਬ ਵਗੈਰਾ ਤੁਸੀਂ ਆਪ ਪ੍ਰੋਵਾਈਡ ਕਰਵਾਉਂਦੇ ਹੋ, ਕੰਟੈਕਟ ਹੁੰਦਾ? ਹਾਂਜੀ, ਦੇਖੋ ਸਾਡੇ ਜਿਹੜੇ ਦਫ਼ਤਰ ਹੈਗੇ ਨੇ ਜੀ, ਸਾਡੇ ਕੈਨੇਡਾ ਵਿੱਚ ਵੀ 2 ਦਫ਼ਤਰ ਹੈਗੇ ਆ। ਠੀਕ ਹੈ ਜੀ, ਇਹ ਸਾਡਾ ਜਿਵੇਂ ਇੱਕ ਲਾਇਸੈਂਸ ਆ ਇੱਕ ਕੈਨੇਡੀਅਨ ਗਵਰਨਮੈਂਟ ਵੱਲੋਂ ਸਾਨੂੰ ਦਿੱਤਾ ਗਿਆ। ਠੀਕ ਹੈ ਜੀ, ਫਿਰ ਸਾਡੇ ਕੋਲ ਜਿਹੜਾ ਲਾਇਸੈਂਸ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਦਿੱਤਾ ਜਾਂਦਾ ਉਹ ਵੀ ਸਾਡੇ ਕੋਲ ਹੈਗਾ। ਠੀਕ ਹੈ ਜੀ, ਸੋ ਅਸੀਂ ਲਾਇਸੈਂਸ ਦੇ ਨਾਲ ਸਾਰਾ ਕੰਮ ਕਰਦੇ ਹਾਂ। ਸਾਡੇ ਕੋਲ ਉੱਧਰ ਇੰਨੀ ਆਪਸ਼ਨਸ ਹੈਗੀਆਂ ਨੇ ਕਿ ਤੁਹਾਨੂੰ ਅਸੀਂ ਜੌਬ ਦਿਵਾ ਸਕਦੇ ਹਾਂ। ਜੋ ਵੀ ਪੇ ਰੇਟ ਹੁੰਦਾ ਉੱਥੇ ਦਾ, ਜੋ ਮਤਲਬ ਤੁਹਾਨੂੰ ਪੈਸੇ ਮਿਲਦੇ ਆ ਉਹ ਪ੍ਰੋਪਰ ਦਿੱਤੇ ਜਾਂਦੇ ਨੇ। ਜਿਹੜਾ ਕੈਨੇਡੀਅਨ ਲਾਇਸੈਂਸ ਹੈ ਤੁਸੀਂ ਦਿਖਾਇਆ ਗੁਰਸਿਮਰਜੀਤ ਸਿੰਘ ਜੀ, ਇਹ ਕਦੋਂ ਬਣਦਾ ਤੇ ਕਿਵੇਂ ਮਿਲਦਾ ਹੈ? ਦੇਖੋ, ਇਹਦਾ ਜਿਹੜਾ ਪ੍ਰੋਸੈਸ ਆ ਜੀ 1.5 ਤੋਂ 2 ਸਾਲ ਦਾ ਪ੍ਰੋਸੈਸ ਆ। ਅੱਜ ਦੇ ਟਾਈਮ 'ਚ ਇਹਨੂੰ ਹੋਰ ਜ਼ਿਆਦਾ ਮਤਲਬ ਔਖਾ ਕਰ ਦਿੱਤਾ ਗਿਆ ਸਰਕਾਰ ਵੱਲੋਂ। ਇਹਦੇ ਵਿੱਚ ਇਹ ਆ ਕਿ ਤੁਹਾਨੂੰ 8777 ਬੈਂਡ ਲੈਣੇ ਪੈਂਦੇ ਨੇ। ਆਈਲੈਟਸ ਦੇ ਵਿੱਚ ਇੱਕ ਪੜ੍ਹਾਈ ਹੁੰਦੀ ਹੈ ਤੁਹਾਨੂੰ ਸਾਲ ਤੋਂ 1.5 ਸਾਲ ਦੀ, ਉਹ ਪੂਰੀ ਕਰਨੀ ਪੈਂਦੀ ਆ। ਫਿਰ ਪੇਪਰ ਹੁੰਦੇ ਨੇ 1-2, ਤੁਸੀਂ ਉਹ ਵੀ ਪੂਰੇ ਕਰਨੇ ਹੁੰਦੇ, ਐਗਜ਼ਾਮ ਆ ਉਹ ਪੂਰੇ ਦੇਣੇ ਆ। ਸੋ 2 ਤੋਂ 2.5 ਸਾਲ ਦਾ ਪ੍ਰੋਸੈਸ ਅੱਜ ਦੇ ਟਾਈਮ ਵਿੱਚ ਹੈਗਾ। ਫਿਰ ਹੀ ਤੁਹਾਨੂੰ ਇਹ ਸਰਕਾਰ ਵੱਲੋਂ ਦਿੱਤਾ ਜਾਂਦਾ। ਇਹ ਦੇਣ ਤੋਂ ਬਾਅਦ ਵਿੱਚ ਵੀ ਸਰਕਾਰ ਤੁਹਾਡੇ ਉੱਤੇ ਪੂਰੀ ਨਿਗਾਹਸਾਨੀ ਰੱਖਦੀ ਆ। ਠੀਕ ਹੈ ਜੀ, ਉਹ ਧਿਆਨ ਰੱਖਦਾ ਕਿ ਤੁਸੀਂ ਕਿਸ ਤਰੀਕੇ ਨਾਲ ਕੰਮ ਕਰ ਰਹੇ ਹੋ, ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ, ਕਿਸੇ ਨਾਲ ਕੋਈ ਧੱਕਾ ਨਹੀਂ ਕਰ ਰਹੇ। ਸੋ ਬਹੁਤ ਸਾਰੀਆਂ ਪਾਬੰਦੀਆਂ ਹੁੰਦੀਆਂ ਨੇ ਜਿਹੜੀਆਂ ਕੈਨੇਡਾ ਸਰਕਾਰ ਵੱਲੋਂ ਸਾਡੇ ਤੇ ਲਗਾਈਆਂ ਜਾਂਦੀਆਂ ਨੇ, ਜਿਹਦੇ ਕਰਕੇ ਅਸੀਂ ਜੋ ਕਲਾਇੰਟਸ ਨੇ ਉਹਨਾਂ ਨਾਲ ਅਸੀਂ ਸਹੀ ਤਰੀਕੇ ਨਾਲ ਹੀ ਕੰਮ ਕਰਨਾ ਹੁੰਦਾ। ਕਿਹੜੀ ਕੰਟਰੀ ਦੇ ਵਿੱਚ ਭੇਜ ਰਹੇ ਹੋ ਟੂਰਿਸਟ ਵੀਜ਼ਾ ਲਗਾ ਕੇ? ਅਸੀਂ ਵੈਸੇ ਜੋ ਕੈਨੇਡਾ ਦੇ ਅਸੀਂ ਸਪੈਸ਼ਲਿਸਟ ਹਾਂ ਜੀ। ਕੈਨੇਡਾ ਦਾ ਵਰਕ ਪਰਮਿਟ ਤੇ ਪੀਆਰ ਅਸੀਂ ਕਰਦੇ ਹਾਂ ਖਾਸ ਤੌਰ ਤੇ, ਪਰ ਕੈਨੇਡਾ ਦੇ ਅਸੀਂ ਸਾਰੇ ਤਰ੍ਹਾਂ ਦੀ ਫਾਈਲਸ ਕਰਦੇ ਹਾਂ। ਪਰ ਜੇ ਕੋਈ ਸਟੂਡੈਂਟ ਆ ਜਾਂ ਕੋਈ ਹੋਰ ਕਿਸੇ ਕੰਟਰੀ 'ਚ ਵਿਜ਼ਟਰ ਵੀਜ਼ਾ ਲਗਾਉਣਾ ਚਾਹੁੰਦੇ, ਅਸੀਂ ਉਹ ਵੀ ਸਾਰੀ ਕੰਟਰੀ ਨਾਲ ਡੀਲ ਕਰਦੇ ਹਾਂ। ਅੱਜ ਕੱਲ੍ਹ ਟੂਰਿਸਟ ਵੀਜ਼ਾ ਦਾ ਵੀ ਬਹੁਤ ਰੌਲਾ ਪੈ ਰਿਹਾ, ਐਡਸ ਵਗੈਰਾ ਬਹੁਤ ਚੱਲ ਰਹੇ, ਕੋਈ ਐਕਸਪਲੇਨ ਕਰਨਾ ਚਾਹੋਗੇ ਇਸ ਬਾਰੇ? ਹਾਂਜੀ, ਦੇਖੋ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਜਾਂ ਟੂਰਿਸਟ ਵੀਜ਼ਾ, ਉਹ ਇੱਕ ਤਰੀਕੇ ਨਾਲ ਸਕੈਮ ਦੇ ਤਰੀਕੇ ਨਾਲ ਵੇਚਿਆ ਜਾ ਰਿਹਾ। ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਵਿਜ਼ਟਰ ਵੀਜ਼ੇ ਤੇ ਜਾ ਸਕਦੇ ਹੋ। ਠੀਕ ਹੈ ਜੀ, 10-15 ਹਜ਼ਾਰ ਰੁਪਏ ਦਾ ਸਾਰਾ ਖਰਚਾ ਉਹ ਕਰਕੇ ਤੁਸੀਂ ਬਾਹਰ ਚਲੇ ਜਾਓ। ਪਰ ਗੱਲ ਇਹ ਹੈ ਕਿ ਵਿਜ਼ਟਰ ਵੀਜ਼ੇ ਦੀਆਂ ਵੀ ਕੁਝ ਸ਼ਰਤਾਂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਬੰਦਾ ਪੂਰਾ ਨਹੀਂ ਕਰ ਸਕਦਾ। ਵਿਜ਼ਟਰ ਵੀਜ਼ੇ ਨਾਲੋਂ ਜਿਹੜੀ ਤੁਹਾਡੇ ਵਰਕ ਵੀਜ਼ੇ ਦੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਨੀਆਂ ਜ਼ਿਆਦਾ ਸੌਖੀਆਂ ਹੁੰਦੀਆਂ ਨੇ। ਇੱਕ ਸਕੈਮ ਆ ਜੀ, ਤੁਹਾਨੂੰ ਸਿਰਫ 10-15 ਹਜ਼ਾਰ ਰੁਪਏ ਦੇ ਪਿੱਛੇ ਹੀ ਤੁਹਾਡੇ ਨਾਲ ਇੱਕ ਧੱਕਾ ਕੀਤਾ ਜਾਂਦਾ। ਜੇ ਤੁਹਾਡਾ ਵਿਜ਼ਟਰ ਵੀਜ਼ਾ ਕਿਸੇ ਤਰੀਕੇ ਰਿਫਿਊਜ਼ ਹੁੰਦਾ, ਤੁਸੀਂ ਆਪਣੇ ਵਰਕ ਪਰਮਿਟ ਜਾਂ ਪੀਆਰ ਤੇ ਜਾਣ ਦੇ ਰਸਤੇ ਵੀ ਇੱਕ ਤਰੀਕੇ ਨਾਲ ਬੰਦ ਕਰ ਲੈਂਦੇ ਹੋ। ਇਹ ਚੱਲ ਕਿਉਂ ਰਿਹਾ ਅੱਜ ਕੱਲ੍ਹ, ਇੰਨਾ ਜ਼ਿਆਦਾ ਫਰਾਡ ਕਿਉਂ ਹੋ ਰਿਹਾ ਮਾਰਕੀਟ ਦੇ ਵਿੱਚ? ਫਰਾਡ ਇਸ ਕਰਕੇ ਆ ਕਿ ਜਿਹੜੇ ਕਲਾਇੰਟ ਨੇ ਜਾਂ ਜਿਹੜੀ ਆਮ ਪਬਲਿਕ ਹੈਗੀ ਆ, ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਕਿ ਉਹ ਸਿੱਧਾ ਵਰਕ ਪਰਮਿਟ ਜਾਂ ਪੀਆਰ ਤੇ ਵੀ ਜਾ ਸਕਦੇ ਨੇ। ਉਹ ਕੈਨੇਡਾ ਜਾਣਾ ਚਾਹੁੰਦੇ ਪਰ ਉਹ ਸੈਟਲ ਹੋਣ ਦੇ ਲਈ ਜਾਣਾ ਚਾਹੁੰਦੇ ਆ। ਦੇਖੋ, ਜੇ ਤੁਸੀਂ ਸੈਟਲ ਹੋਣਾ ਚਾਹੁੰਦੇ, ਤੁਸੀਂ ਘੁੰਮਣ ਫਿਰਨ ਦੇ ਵੀਜ਼ੇ ਤੇ ਕਿਉਂ ਜਾ ਰਹੇ ਹੋ? ਤੁਸੀਂ ਸੈਟਲ ਹੋਣਾ ਤੁਸੀਂ ਵਰਕ ਦੇ ਤੌਰ ਤੇ ਜਾਓ, ਤੁਸੀਂ ਪੀਆਰ ਦੇ ਤੌਰ ਤੇ ਜਾਓ। ਜੇ ਤੁਸੀਂ ਇੱਧਰੋਂ ਇੱਕ ਵਾਰ ਘੁੰਮਣ ਫਿਰਨ ਦੇ ਤਰੀਕੇ ਤੇ ਵੀ ਜਾ ਰਹੇ ਹੋ, ਫਿਰ ਵੀ ਜਾ ਕੇ ਤੁਸੀਂ ਵਰਕ ਪਰਮਿਟ ਹੀ ਲੈਣਾ। ਪਰ ਇੱਧਰ ਜਿਹੜੇ ਇਹ ਚੀਜ਼ ਵੇਚੀ ਜਾਂਦੀ, ਉਹਦਾ ਕਾਰਨ ਇਹ ਹੈ ਕਿ ਇੱਥੇ ਦੇ ਜੋ ਲੋਕਲ ਏਜੰਟਸ ਨੇ ਉਹਨਾਂ ਕੋਲੇ ਇਹ ਨੌਲੇਜ ਨਹੀਂ ਹੁੰਦੀ ਜਾਂ ਇਹ ਆਪਸ਼ਨਸ
ਕੰਡੀਸ਼ਨਸ ਨਹੀਂ ਹੁੰਦੀਆਂ ਕਿ ਤੁਹਾਨੂੰ ਵਰਕ ਪਰਮਿਟ ਤੇ ਭੇਜ ਸਕਣ। ਸੋ ਜੋ ਚੀਜ਼ ਉਹਨਾਂ ਕੋਲੇ ਹੈਗੀ ਤੁਹਾਨੂੰ ਸਿਰਫ ਉਹੀ ਦੱਸੀ ਜਾਂਦੀ ਆ, ਤੁਹਾਨੂੰ ਸਾਰੀ ਚੀਜ਼ ਉਹਨਾਂ ਵੱਲੋਂ ਨਹੀਂ ਦੱਸੀ ਜਾਂਦੀ। ਹਾਂਜੀ, ਮਤਲਬ ਕਿ ਆਪਾਂ ਵਰਕ ਪਰਮਿਟ ਦੇ ਉੱਪਰ ਕੈਨੇਡਾ 'ਚ ਮਤਲਬ ਕਿ ਆਪਣਾ ਸਪੈਸ਼ਲਿਸਟ ਹੈ ਜਿਹੜਾ ਆਪਣਾ ਦਫ਼ਤਰ ਹੈ ਕੈਨੇਡਾ ਦੇ ਵਿੱਚ, ਕਿਹੜੀ ਉੱਥੇ ਪੈਂਦਾ ਸਿਟੀ ਦੇ ਵਿੱਚ? ਆਪਣੇ 2 ਦਫ਼ਤਰ ਨੇ ਜੀ ਉੱਥੇ, ਇੱਕ ਮਿਸੀਸਾਗਾ ਸ਼ਹਿਰ ਦੇ ਵਿੱਚ ਆ, ਉਹ ਵੀ ਹੱਬ ਦੇ ਵਿੱਚ ਆ, ਇੱਕ ਦੂਸਰਾ ਹੈਗਾ ਮੌਂਟਰੀਅਲ ਦੇ ਵਿੱਚ, ਉਹ ਵੀ ਸੋ ਮੇਨ ਹੱਬ ਦੇ ਵਿੱਚ ਆ। ਤਾਂ ਤੁਹਾਨੂੰ ਸਾਡੇ ਦਫ਼ਤਰ ਦੇ ਵਿੱਚ ਉੱਥੇ ਜਾਣਾ ਬਹੁਤ ਸੌਖਾ ਹੈ, ਹਾਈਵੇ ਦੇ ਬਿਲਕੁਲ ਨਾਲ ਸਾਡੇ ਜਿਹੜੇ ਦਫ਼ਤਰ ਨੇ ਉੱਥੇ ਹੈਗੇ ਆ, ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਸੋ ਅਸੀਂ ਸਿਰਫ ਇੱਥੋਂ ਤੁਹਾਨੂੰ ਭੇਜਣਾ ਸਾਡਾ ਕੰਮ ਨਹੀਂ ਆ ਕੈਨੇਡਾ ਦੇ ਵਿੱਚ, ਉੱਥੇ ਜਾ ਕੇ ਤੁਹਾਨੂੰ ਸੈਟਲ ਕਰਵਾਉਣਾ ਵੀ ਸਾਡਾ ਕੰਮ ਆ। ਉੱਧਰ ਜਾ ਕੇ ਵੀ ਤੁਸੀਂ ਸਾਡੇ ਆਫਿਸ ਦੇ ਵਿੱਚ ਜਾ ਸਕਦੇ ਹੋ, ਸਾਨੂੰ ਮਿਲ ਸਕਦੇ ਹੋ, ਸਾਡੇ ਸਟਾਫ ਨੂੰ ਮਿਲ ਸਕਦੇ ਹੋ, ਤੁਹਾਨੂੰ ਪੂਰਾ ਅਸੀਂ ਮਤਲਬ ਇੱਕ ਰਸਤਾ ਬਣਾ ਕੇ ਦੇਵਾਂਗੇ ਤੁਹਾਡੇ ਪੱਕੇ ਹੋਣ ਤੱਕ ਦਾ। ਕਿਸ ਤਰ੍ਹਾਂ ਦੀ ਜੌਬਸ ਵਗੈਰਾ ਵਰਕ ਪਰਮਿਟ ਉੱਥੇ ਮਿਲ ਕੇ ਕੰਟੈਕਟ ਵਗੈਰਾ ਹੁੰਦੇ ਤੁਹਾਡੇ? ਹਾਂਜੀ, ਸਾਡੇ ਕੋਲ ਕਈ ਤਰ੍ਹਾਂ ਦੀਆਂ ਜੌਬਸ ਨੇ ਜਿਨ੍ਹਾਂ ਵਿੱਚ ਆਈਲੈਟਸ ਨਾਲ ਜਾਂ ਬਿਨਾਂ ਆਈਲੈਟਸ ਨਾਲ ਵੀ ਜਾ ਸਕਦੇ ਆ। ਆਈਲੈਟਸ ਨਾਲ ਤਾਂ ਸਾਡੇ ਕੋਲ ਆਲਮੋਸਟ ਹਰੇਕ ਤਰ੍ਹਾਂ ਦੀ ਕੋਈ ਆਫਿਸ ਜੌਬ ਆ ਉਹ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ, ਠੀਕ ਹੈ ਜੀ। ਟਰੱਕ ਡਰਾਈਵਰ ਦੀ ਜੌਬ ਹੈਗੀ ਆ, ਉਹ ਅਸੀਂ ਆਈਲੈਟਸ ਦੇ ਨਾਲ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ। ਕੋਰੀਅਰ ਵੈਨ ਵਾਲੇ ਹੈਗੇ ਆ। ਜੇ ਹੁਣ ਗੱਲ ਕਰੀਏ ਬਿਨਾਂ ਆਈਲੈਟਸ ਵਾਲੀ, ਜਿਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਟਾਈਮ ਤੇ ਨਾਰਥ ਇੰਡੀਆ ਵਿੱਚ ਜਾਂ ਪੰਜਾਬ ਦੇ ਵਿੱਚ, ਉਹਦੇ ਵਿੱਚ ਕੀ ਆ, ਟਰੱਕ ਲੋਡਰਸ ਹੁੰਦੇ ਆ ਜਿਨ੍ਹਾਂ ਨੇ ਟਰੱਕ ਦੇ ਵਿੱਚ ਸਮਾਨ ਕੋਈ ਰੱਖਣਾ ਹੈ ਜਾਂ ਉਤਾਰਨਾ ਹੈ, ਠੀਕ ਹੈ ਜੀ, ਉਹ ਵਾਲੇ ਹੋ ਗਏ। ਫਿਰ ਇੱਕ ਮਟੀਰੀਅਲ ਹੈਂਡਲਰਸ ਹੁੰਦੇ ਆ ਜਿਨ੍ਹਾਂ ਨੇ ਕੋਈ ਬੈਲਟ ਚੱਲਦੀ ਹੈ ਜਦੋਂ ਤੁਸੀਂ ਪੈਕਿੰਗ ਦਾ ਕੋਈ ਸਮਾਨ ਰੱਖਣਾ ਹੈ। ਉਸ ਤੋਂ ਬਿਨਾਂ ਤੁਹਾਡਾ ਫਾਰਮਿੰਗ ਇੱਕ ਬਹੁਤ ਮਤਲਬ ਇਹ ਡਿਮਾਂਡ ਦੇ ਵਿੱਚ ਚੀਜ਼ ਹੈ ਕਿ ਫਾਰਮਿੰਗ ਦੇ ਵਿੱਚ ਵੀ ਤੁਸੀਂ ਬਿਨਾਂ ਆਈਲੈਟਸ ਤੋਂ ਜਾ ਸਕਦੇ ਹੋ। ਫਿਰ ਕਿਚਨ ਹੈਲਪਰ ਹੁੰਦੇ ਆ ਜੀ, ਡਿਸ਼ ਵਾਸ਼ਰ ਹੁੰਦੇ ਆ, ਉਹ ਵੀ ਇਦਾਂ ਦੇ ਕੰਮ ਨੇ ਜਿਹੜੇ ਰੈਸਟੋਰੈਂਟ ਵਿੱਚ ਤੁਸੀਂ ਕੰਮ ਕਰਨ ਲਈ ਜਾ ਸਕਦੇ ਹੋ ਵਧੀਆ ਤਨਖਾਹ ਦੇ ਉੱਤੇ, ਤੁਹਾਨੂੰ ਆਈਲੈਟਸ ਦੀ ਵੀ ਲੋੜ ਨਹੀਂ ਹੁੰਦੀ। ਤੇ ਅੱਜ ਤੱਕ ਕਿੰਨੇ ਕੁ ਸਟੂਡੈਂਟ ਆਪਣੇ ਕੋਲੋਂ ਇੱਥੇ ਇਮੀਗ੍ਰੇਸ਼ਨ ਕਰਕੇ ਜਿਹੜੇ ਵਰਕ ਪਰਮਿਟ ਤੇ ਜਾਂ ਪੀਆਰ ਦੇ ਉੱਪਰ ਜਾ ਚੁੱਕੇ ਨੇ? ਦੇਖੋ, ਅਸੀਂ ਤਾਂ ਪਿਛਲੇ 2-3 ਸਾਲ ਤੋਂ ਕੰਮ ਕਰ ਰਹੇ ਹਾਂ ਜੀ, ਸਾਡੇ ਕੋਲ ਅਪਰੂਵਲਸ ਪਈਆਂ ਨੇ। ਅਸੀਂ ਕਾਫੀ ਬੱਚਿਆਂ ਦਾ ਇਸ ਟਾਈਮ ਤੇ ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਤੇ ਪੀਆਰ ਦੀਆਂ ਫਾਈਲਾਂ ਵੀ ਲਾ ਚੁੱਕੇ ਹਾਂ। ਸਾਡੇ ਰੋਜ਼ ਹੀ ਕਿਸੇ ਨਾ ਕਿਸੇ ਦੇ ਕੋਈ ਦਾ ਵਰਕ ਪਰਮਿਟ ਆ ਰਿਹਾ ਜਾਂ ਕਿਸੇ ਦਾ ਪੀਆਰ ਦੀ ਫਾਈਲ ਆ ਰਹੀ, ਉਹ ਅਸੀਂ ਆਪਣੇ ਪੇਜਸ ਜਿਹੜੇ ਹੈਗੇ ਆ ਉਹਨਾਂ ਉੱਤੇ ਸ਼ੇਅਰ ਕਰਦੇ ਰਹਿੰਦੇ ਹਾਂ। ਹਾਂਜੀ, ਬਾਕੀ ਜੇ ਕਿਸੇ ਨੇ ਆਉਣਾ ਸਾਡੇ ਆਫਿਸ 'ਚ ਆ ਕੇ ਦੇਖ ਸਕਦੇ, ਸਾਡੇ ਇੱਥੇ ਅਪਰੂਵਲ ਸਾਡੇ ਕੋਲ ਪਈਆਂ ਹੁੰਦੀਆਂ ਨੇ, ਤੁਸੀਂ ਆ ਕੇ ਦੇਖ ਵੀ ਸਕਦੇ ਹੋ। ਉੱਥੇ ਦਿੱਕਤ ਤਾਂ ਨਹੀਂ ਆਉਂਦੀ ਜਾ ਕੇ, ਜਿੱਕਣਾ ਹੁਣ ਮੰਨ ਲਓ ਅੱਜ ਬੱਚਾ ਚਲੇ ਗਿਆ, ਕਿਸੇ 1 ਮਹੀਨਾ ਫ੍ਰੀ ਬੈਠਾ ਰਹੋ, 2 ਮਹੀਨੇ ਫ੍ਰੀ ਬੈਠਾ, ਇਦਾਂ ਦੀ ਦਿੱਕਤ ਤਾਂ ਨਹੀਂ ਆਉਂਦੀ? ਨਹੀਂ, ਦੇਖੋ ਅਸੀਂ ਵਰਕ ਦੇ ਉੱਤੇ ਭੇਜ ਰਹੇ ਹਾਂ ਜੀ। ਇਸ ਵਰਕ ਤੇ ਭੇਜਣ ਦਾ ਪਹਿਲੀ ਸ਼ਰਤ ਇਹ ਹੁੰਦੀ ਕਿ ਤੁਹਾਨੂੰ ਉੱਥੇ ਕੰਮ ਕਰਨ ਦੇ ਲਈ ਬੁਲਾਇਆ ਜਾ ਰਿਹਾ। ਜੇਕਰ ਅਸੀਂ ਤੁਹਾਨੂੰ ਕੰਮ ਦੇ ਸਕਦੇ ਹਾਂ ਫਿਰ ਹੀ ਤੁਹਾਡਾ ਵਰਕ ਵੀਜ਼ਾ ਲੱਗਦਾ, ਅਦਰਵਾਈਜ਼ ਤੁਹਾਡਾ ਵਰਕ ਵੀਜ਼ਾ ਲੱਗਣਾ ਹੀ ਨਹੀਂ। ਸੋ ਅਸੀਂ ਕੰਮ ਕਰਨ ਦੇ ਲਈ ਤੁਹਾਨੂੰ ਉੱਥੇ ਭੇਜ ਰਹੇ ਹਾਂ, ਤੁਹਾਡੇ ਜਾਣ ਤੋਂ ਪਹਿਲਾਂ ਤੁਹਾਡੇ ਕੰਮ ਦੀ ਅਰੇਂਜਮੈਂਟ ਹੁੰਦੀ ਹੈ। ਕਿਉਂਕਿ ਇਹ ਕੁਐਸਚਨ ਮੈਂ ਤਾਂ ਪੁੱਛਿਆ, ਅੱਜ ਕੈਨੇਡਾ ਦੇ ਵਿੱਚ ਬਹੁਤ ਰੌਲਾ ਪੈ ਰਿਹਾ ਨੇ ਵੀ ਇੱਥੇ ਵਰਕ ਨਹੀਂ ਹੈਗਾ, ਤੁਸੀਂ ਇੱਥੇ ਨਾ ਆਓ, ਇਦਾਂ ਦੀ ਬਹੁਤ ਵੀਡੀਓਜ਼ ਵਾਇਰਲ ਹੋ ਰਹੀਆਂ। ਪਿੱਛੇ ਜੇ ਧਰਨਾ ਵੀ ਲਗਾਇਆ ਸੀਗਾ, ਪ੍ਰੋਟੈਸਟ ਵੀ ਬਹੁਤ ਲੰਬਾ ਹੋਇਆ ਸੀ ਉੱਥੇ। ਹਾਂਜੀ, ਜਿਹੜਾ ਧਰਨਾ ਉਹ ਇੱਕ ਅਲੱਗ ਤਰੀਕੇ ਦਾ ਸੀਗਾ ਜੀ। ਉਹ ਧਰਨਾ ਇਸ ਕਾਰਨ ਕਰਕੇ ਸੀਗਾ ਕਿ ਇੱਥੋਂ ਕਈ ਏਜੰਟਸ ਨੇ ਉਹਨਾਂ ਨੂੰ ਨਕਲੀ ਆਫਰ ਲੈਟਰ ਲੈ ਕੇ ਦਿੱਤੇ ਸੀ, ਠੀਕ ਹੈ ਜੀ। ਉਹ ਏਜੰਟ ਸੀਗੇ ਜਿਹੜੇ ਉਹ ਕੈਨੇਡਾ ਸਰਕਾਰ ਵੱਲੋਂ ਉਹਨਾਂ ਕੋਲ ਮਨਜ਼ੂਰਸ਼ੁਦਾ ਕੋਈ ਵੀ ਲਾਇਸੈਂਸ ਨਹੀਂ ਸੀਗਾ। ਇਸ ਕਾਰਨ ਕਰਕੇ ਉਹਨਾਂ ਨੂੰ ਡਿਪੋਰਟ ਹੋਣ ਤੱਕ ਦਾ ਰਸਤਾ ਆ ਗਿਆ ਸੀ। ਜੇ ਉਹ ਕਿਸੇ ਉਹਨਾਂ ਨੇ ਕੈਨੇਡੀਅਨ ਲਾਇਸੈਂਸਡ ਹੋਲਡਰ ਕਿਸੇ ਬੰਦੇ ਕੋਲੋਂ ਕੰਮ ਕਰਵਾਉਣਾ, ਜਿੱਦਾਂ ਸਾਡੇ ਕੋਲ ਲਾਇਸੈਂਸ ਆ, ਫਿਰ ਉਹਨਾਂ ਨੂੰ ਡਿਪੋਰਟ ਹੋਣ ਤੱਕ ਦਾ ਉਹਨਾਂ ਕੋਲ ਰਸਤਾ ਨਹੀਂ ਸੀ ਹੋਣਾ। ਉਹਨਾਂ ਨੂੰ ਕੀ ਹੋਣਾ ਸੀ ਕਿ ਉਹ ਜਿਸ ਬੰਦੇ ਨੇ ਉਹਨਾਂ ਦੀ ਫਾਈਲ ਲਗਾਈ ਹੋਣੀ ਸੀ ਉਹਨੂੰ ਜੁਰਮਾਨਾ ਹੋਣਾ ਸੀ, ਬਜਾਏ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਸੋ ਉਹ ਜਿਹੜਾ ਪ੍ਰੋਟੈਸਟ ਹੋ ਰਿਹਾ ਸੀ ਉਹ ਇੱਕ ਅਲੱਗ ਤਰੀਕੇ ਦਾ ਪ੍ਰੋਟੈਸਟ ਸੀ। ਪਰ ਜੇ ਹੁਣ ਆਪਾਂ ਗੱਲ ਕਰੀਏ ਉੱਥੇ ਕੰਮ ਨਾ ਹੋਣ ਦੀ, ਦੇਖੋ ਕੰਮ ਉੱਥੇ ਕੈਨੇਡਾ ਵਿੱਚ ਹੈਗਾ, ਜੇ ਕੰਮ ਨਾ ਹੋਵੇ ਤਾਂ ਸਰਕਾਰ ਵਰਕ ਵੀਜ਼ੇ ਦੇ ਰਹੀ ਆ, ਉਹ ਵਰਕ ਵੀਜ਼ੇ ਕਿਉਂ ਦੇਊਗੀ, ਠੀਕ ਹੈ ਜੀ। ਕੰਮ ਉੱਥੇ ਉਹਨਾਂ ਬੰਦਿਆਂ ਲਈ ਨਹੀਂ ਹੈਗਾ ਜਿਹੜੇ ਸਕਿੱਲ ਜਿਨ੍ਹਾਂ ਕੋਲ ਕੋਈ ਨਹੀਂ ਆ, ਜਿਨ੍ਹਾਂ ਕੋਲ ਜੇ ਤੁਸੀਂ ਕਿਸੇ ਇੰਟਰਵਿਊ ਤੇ ਜਾਂਦੇ ਹੋ ਤੁਹਾਡੇ ਕੋਲ ਪੁੱਛਿਆ ਜਾਂਦਾ ਕਿ ਤੁਸੀਂ ਕੀ ਕੰਮ ਕਰ ਸਕਦੇ ਹੋ, ਤੁਹਾਡੇ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ ਕਿ ਤੁਸੀਂ ਕੀ ਕੰਮ ਪਹਿਲਾਂ ਕੀਤਾ ਜਾਂ ਕੀ ਕੰਮ ਤੁਸੀਂ ਕਰ ਸਕਦੇ ਹੋ, ਤੁਹਾਡੇ ਕਿਸ ਤਰ੍ਹਾਂ ਦਾ ਸਕਿੱਲ ਆ। ਜਿਹੜਾ ਵਰਕ ਵੀਜ਼ਾ ਉਹ ਸਕਿੱਲਡ ਬੰਦਿਆਂ ਦੇ ਲਈ ਬਣਿਆ। ਜੇ ਤੁਸੀਂ ਖੇਤੀਬਾੜੀ ਤੇ ਜਾ ਰਹੇ ਹੋ, ਤੁਹਾਡੇ ਕੋਲ ਤੁਸੀਂ ਖੇਤੀਬਾੜੀ ਕਰ ਰਹੇ ਹੋ 2-3 ਸਾਲ, ਤੁਹਾਡੇ ਕੋਲ ਸਕਿੱਲ ਹੈਗਾ, ਤੁਹਾਨੂੰ ਖੇਤੀਬਾੜੀ 'ਚ ਕੰਮ ਮਿਲੂਗਾ, ਠੀਕ ਹੈ ਜੀ। ਤੁਸੀਂ ਕੋਈ ਟਰੱਕ ਲੋਡਰ ਦਾ ਕੰਮ ਕਰ ਰਹੇ ਹੋ, ਤੁਸੀਂ ਆਲਰੇਡੀ ਉਹ ਕੰਮ ਕਰ ਰਹੇ ਹੋ ਇੰਡੀਆ ਦੇ ਵਿੱਚ, ਠੀਕ ਹੈ ਜੀ, ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਤੁਸੀਂ ਜਾ ਕੇ ਕੰਮ ਫਿਰ ਵੀ ਕਰ ਸਕਦੇ ਹੋ। ਬਾਕੀ ਜੇ ਗੱਲ ਕਰੀਏ ਕੰਮ ਉਹਨਾਂ ਲਈ ਨਹੀਂ ਜਿਨ੍ਹਾਂ ਨੇ ਪੜ੍ਹਾਈ ਵੀ ਕਰਨੀ ਆ, ਜਾ ਕੇ ਤੁਸੀਂ ਪੜ੍ਹਾਈ ਕਰਨੀ, ਤੁਸੀਂ ਕਾਲਜ ਵੀ ਜਾਣਾ, ਠੀਕ ਹੈ, ਤੁਸੀਂ ਸਟੱਡੀ ਵੀ ਕਰਨੀ ਆ, ਤੁਹਾਡੇ ਕੋਲ ਘੰਟੇ ਲਿਮਿਟਡ ਹੁੰਦੇ ਆ। ਜਿਹੜੇ ਉੱਥੇ ਦੇ ਕੰਮ ਦੇਣ ਵਾਲੇ ਜਿਹੜੇ ਇੰਪਲੋਇਰ ਨੇ ਉਹ ਤੁਹਾਨੂੰ ਫੁੱਲ ਟਾਈਮ ਕੰਮ ਦੇਣਾ ਚਾਹੁੰਦੇ, ਉਹ ਚਾਹੁੰਦੇ ਕਿ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸਾਡੇ ਕੋਲ ਕੰਮ ਤੇ ਆਓ। ਜੇਕਰ 2 ਦਿਨ ਤੁਹਾਡਾ ਕਾਲਜ ਆ, ਤੁਸੀਂ ਸਿਰਫ 3 ਦਿਨ ਕੰਮ ਤੇ ਜਾ ਸਕਦੇ ਹੋ, ਤੁਹਾਨੂੰ ਕੰਮ ਮਿਲਣਾ ਬਹੁਤ ਔਖਾ ਹੋ ਜਾਂਦਾ। ਹਾਂਜੀ, ਇਹ ਕਾਰਨ ਉੱਥੇ ਕੰਮ ਨਾ ਮਿਲਣ ਦੇ। ਜਿਹੜੇ ਆਪਾਂ ਪੀਆਰ ਫੈਮਿਲੀ ਦੀ ਤੁਸੀਂ ਗੱਲ ਕੀਤੀ ਉਹਦੇ ਵਿੱਚ ਏਜ ਲਿਮਿਟ ਦੀ ਤਾਂ ਕੋਈ ਤਾਂ ਨਹੀਂ, ਮਤਲਬ ਕਿ ਹਾਂਜੀ ਏਜ ਲਿਮਿਟ ਕੋਈ ਨਹੀਂ ਹੁੰਦੀ, ਠੀਕ ਹੈ ਜੀ। ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਪ੍ਰੋਪਰ। ਜਿਹੜੇ ਪ੍ਰੋਫਾਈਲ ਦੇ ਵਿੱਚ ਤੁਸੀਂ ਆਪਣੀ ਪੀਆਰ ਦੀ ਫਾਈਲ ਲਗਾ ਰਹੇ ਹੋ, ਤੁਸੀਂ ਆਪਣੇ ਹਸਬੈਂਡ ਵਾਈਫ ਤੇ ਬੱਚਿਆਂ ਨਾਲ ਪੀਆਰ ਜਾ ਸਕਦੇ ਹੋ। ਆਈਲੈਟਸ ਦੀ ਬਹੁਤ ਘੱਟ ਲੋੜ ਹੁੰਦੀ ਹੈ, ਉਹਦੇ ਵਿੱਚ 5 ਬੈਂਡ ਚਾਹੀਦਾ, ਸਿਰਫ 5 ਓਵਰਆਲ ਬੈਂਡ ਚਾਹੀਦੇ ਜਾਂ 5 ਈਚ ਕਹਿ ਸਕਦੇ ਹਾਂ ਬੈਂਡ ਚਾਹੀਦੇ। ਉਹਦੇ ਵਿੱਚ ਤੁਸੀਂ ਆਪਣੇ ਫੈਮਿਲੀ ਦੇ ਨਾਲ ਪੀਆਰ ਜਾ ਸਕਦੇ ਹੋ। ਪ੍ਰੋਫਾਈਲ 'ਚ ਆਪਾਂ ਕੀ ਸ਼ੋਅ ਵਗੈਰਾ ਕਰ ਸਕਦੇ ਹਾਂ? ਦੇਖੋ, ਸ਼ੋਅ ਆਪਾਂ ਕੁਝ ਨਹੀਂ ਕਰਨਾ, ਜੋ ਪ੍ਰੋਫਾਈਲ ਹੁੰਦੀ ਆਪਾਂ ਉਸ ਅਕੋਰਡਿੰਗ ਤੁਹਾਨੂੰ ਗਾਈਡ ਕਰਦੇ ਹਾਂ, ਠੀਕ ਹੈ ਜੀ। ਜੋ ਤੁਹਾਡੀ ਪ੍ਰੋਫਾਈਲ ਹੋਗੀ ਉਸ ਅਕੋਰਡਿੰਗ ਤੁਹਾਨੂੰ ਅਸੀਂ ਉਧਰ ਕੰਟਰੈਕਟ ਲੱਭ ਕੇ ਦਿੰਦੇ ਹਾਂ, ਉਹਦੇ ਬੇਸ ਦੇ ਉੱਤੇ ਹੀ ਤੁਹਾਡੀ ਪੀਆਰ ਦੀ ਫਾਈਲ ਲੱਗਦੀ ਹੈ। ਜਿੰਨੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਅਖੀਰ ਵਿੱਚ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਹੀ ਦੇਣਾ ਚਾਹੂੰਗਾ, ਜੇ ਤੁਸੀਂ ਮੰਨ ਲਓ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਆਪਣਾ ਕੈਨੇਡਾ ਦਾ ਜਿਹੜਾ ਕੰਮ ਆ ਉਹ ਕਿਸੇ ਕੈਨੇਡਾ ਦੇ ਲਾਇਸੈਂਸਡ ਬੰਦੇ ਕੋਲੋਂ ਕੰਮ ਕਰਵਾਓ, ਬਜਾਏ ਕਿਸੇ ਲੋਕਲ ਬੰਦੇ ਕੋਲੋਂ, ਠੀਕ ਹੈ ਜੀ। ਪੰਜਾਬ ਸਰਕਾਰ ਦਾ ਲਾਇਸੈਂਸ ਹੋਣਾ ਵੀ ਜ਼ਰੂਰੀ ਆ, ਪਰ ਨਾਲ ਦੀ ਨਾਲ ਕੈਨੇਡਾ ਸਰਕਾਰ
ਦਾ ਲਾਇਸੈਂਸ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਤੁਸੀਂ ਉਸ ਬੰਦੇ ਕੋਲੋਂ ਕੰਮ ਕਰਾਓ ਜੋ ਅੱਗੇ ਤੁਹਾਡਾ ਸਰਕਾਰ ਦੇ ਮੂਹਰੇ ਥੋੜੀ ਪੈਰਵਾਈ ਕਰ ਸਕਦਾ, ਠੀਕ ਹੈ ਜੀ। ਕਿਸੇ ਗੱਲ ਦੀ ਪ੍ਰੋਬਲਮ ਆਉਂਦੀ ਹੈ ਉਹ ਸਰਕਾਰ ਦੇ ਨਾਲ ਤੁਹਾਡੇ ਬਿਹਾਫ ਦੇ ਉੱਤੇ ਗੱਲ ਕਰ ਸਕਦੇ ਆ, ਬਜਾਏ ਇਸ ਦੇ ਕਿ ਉਹ ਇਹ ਚੀਜ਼ ਸ਼ੋਅ ਹੀ ਨਾ ਕਰਨ ਫਾਈਲ ਦੇ ਵਿੱਚ ਕਿ ਤੁਸੀਂ ਫਾਈਲ ਆਪਣੀ ਖੁਦ ਲਗਾਈ ਆ ਜਾਂ ਕਿਸੇ ਲਾਇਸੈਂਸ ਬੰਦੇ ਨੇ ਲਗਾਈ ਆ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ। ਤੇ ਕੈਨੇਡਾ ਜਾਣ ਦੇ ਤਰੀਕੇ ਬਹੁਤ ਵਧੀਆ ਨੇ। ਇੱਕ ਨੰਬਰ ਦੇ ਵਿੱਚ ਸਾਰਾ ਤੁਸੀਂ ਜਾ ਸਕਦੇ ਹੋ, ਸਹੀ ਦਸਤਾਵੇਜ਼ ਲਾ ਕੇ ਜਾ ਸਕਦੇ ਹੋ। ਸੋ ਸਹੀ ਤਰੀਕਾ ਅਪਣਾਓ, ਸਹੀ ਗਾਈਡੈਂਸ ਲੈ ਕੇ ਫਿਰ ਜਾਓ ਤੇ ਆਪਣੇ ਜਿਹੜੇ ਤੁਹਾਡੇ ਮਨ ਦੇ ਵਿੱਚ ਕੋਈ ਡਾਊਟਸ ਨੇ, ਕੋਈ ਕੁਐਸਚਨਸ ਨੇ, ਉਹ ਜ਼ਰੂਰ ਪੁੱਛੋ, ਬਿਨਾਂ ਸਵਾਲ ਪੁੱਛੇ, ਅੱਖਾਂ ਬੰਦ ਕਰਕੇ। ਸਿਰਫ ਤੁਹਾਡੇ ਤੇ ਕੋਈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਿਹਾ, ਅੱਜ ਤੁਹਾਡੇ ਕੋਲ ਪੈਸੇ ਘੱਟ ਲੈ ਰਿਹਾ, ਇਹਨਾਂ ਗੱਲਾਂ ਦੇ ਪਿੱਛੇ ਨਾ ਜਾਓ। ਇਹ ਸਕੈਮ ਨੇ, ਇਹਨਾਂ ਵਿੱਚ ਇੱਕ ਵਾਰ ਤੁਸੀਂ ਫਸਦੇ ਹੋ, ਤੁਸੀਂ ਅੱਗੇ ਦੇ ਆਪਣੇ ਜਾਣ ਦੇ ਰਸਤੇ ਸਾਰੇ ਬੰਦ ਕਰ ਲੈਂਦੇ। ਤੁਸੀਂ ਇੱਕ ਗੱਲ ਕੀਤੀ ਸੀ ਵਰਕ ਪਰਮਿਟ ਦੇ ਉੱਪਰ ਜਿਹੜਾ ਟਾਈਮ ਹੈ 4 ਤੋਂ 6 ਮਹੀਨੇ ਦਾ ਲੱਗਦਾ, ਤਾਂ ਉਸ 'ਚ ਖਰਚਾ ਕਿੰਨਾ ਕੁ ਆ ਜਾਂਦਾ ਸਟੂਡੈਂਟ ਦਾ? ਦੇਖੋ ਖਰਚਾ ਜਿਹੜਾ ਹੈਗਾ ਜੀ ਉਹ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਦੇ ਉੱਤੇ, ਠੀਕ ਹੈ ਜੀ। ਤੁਸੀਂ ਕਿਹੜੀ ਕੰਟਰੀ ਕਿਹੜੀ ਸਟੇਟ ਦੇ ਵਿੱਚ ਜਾ ਰਹੇ ਹੋ, ਕਿਹੜੀ ਪ੍ਰੋਵਿੰਸ 'ਚ ਜਾ ਰਹੇ ਹੋ, ਕਿੱਦਾਂ ਦੀ ਤੁਸੀਂ ਜੌਬ ਦੇ ਵਿੱਚ ਜਾਣਾ, ਕਿੱਦਾਂ ਦੇ ਤੁਹਾਡੇ ਕੋਲ ਡਾਕੂਮੈਂਟ ਹੈਗੇ, ਉਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਤੁਹਾਡੀ ਫੀਸ ਆ ਉਹ ਡਿਪੈਂਡ ਕਰਦੀ ਹੈ। ਪਰ ਜਿਹੜਾ ਸਾਡਾ ਫੀਸ ਲੈਣ ਦਾ ਤਰੀਕਾ ਹੈਗਾ, ਅਸੀਂ ਸਿਰਫ ਜਿਹੜੀ ਸਰਕਾਰੀ ਫੀਸ ਆ ਉਹ ਅਸੀਂ ਪਹਿਲਾਂ ਲੈਂਦੇ ਆ, ਬਾਕੀ ਸਾਰੀ ਫੀਸ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਵਿੱਚ ਹੀ ਲੈਂਦੇ ਹਾਂ। ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਤੁਹਾਡੀ ਫੀਸ? ਹਾਂਜੀ, ਪਹਿਲਾਂ ਅਸੀਂ ਸਿਰਫ ਸਰਕਾਰੀ ਫੀਸ ਲੈਂਦੇ ਹਾਂ। ਠੀਕ ਹੈ। ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਫਲਾਈਂਗ ਪੈਟਰਲਸ ਇਮੀਗ੍ਰੇਸ਼ਨ ਤੇ ਪਹੁੰਚੇ ਸੀਗੇ ਤੇ ਗੁਰਸਿਮਰਨਜੀਤ ਸਿੰਘ ਨੇ ਸਾਰਾ ਡਿਟੇਲ ਵਿੱਚ ਦੱਸਿਆ। ਕੈਨੇਡਾ ਦੇ ਵਿੱਚ ਵੀ ਇਹਨਾਂ ਦੇ ਦਫ਼ਤਰ ਨੇ, 2 ਦਫ਼ਤਰ ਉੱਥੇ ਖੋਲ੍ਹੇ ਹੋਏ ਨੇ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਸ਼ਹਿਰ ਖੰਨੇ ਦੇ ਵਿੱਚ ਆਫਿਸ ਹੈ ਤੇ ਉੱਥੇ ਅਸੀਂ ਮੌਜੂਦ ਹਾਂ। ਤੇ ਦੇਖ ਸਕਦੇ ਹੋ ਮੇਰੇ ਪਿੱਛੇ ਲੋਗੋ ਵੀ ਲੱਗਿਆ ਹੋਇਆ ਇਹਨਾਂ ਦਾ, ਫਲਾਈਂਗ ਪੈਟਰਲਸ ਇਮੀਗ੍ਰੇਸ਼ਨ। ਮਤਲਬ ਕਿ ਬਹੁਤ ਵਧੀਆ ਦਫ਼ਤਰ ਹੈ। 2-3 ਸਾਲਾਂ ਤੋਂ ਵਰਕ ਕਰ ਰਹੇ ਨੇ ਮਾਰਕੀਟ ਦੇ ਵਿੱਚ। ਅਨੇਕਾਂ ਸਟੂਡੈਂਟ ਇੱਥੋਂ ਜਾ ਚੁੱਕੇ ਨੇ, ਚਾਹੇ ਵਰਕ ਪਰਮਿਟ ਹੋਵੇ, PR ਦੇ ਉੱਪਰ ਹੋਵੇ, ਤੁਸੀਂ ਕੰਮ ਕੋਈ ਵੀ ਹੋਵੇ, ਅਗਰ ਤੁਹਾਨੂੰ ਕੋਈ ਕੰਮ ਆਉਂਦਾ, ਚਾਹੇ ਖੇਤੀਬਾੜੀ ਦੇ ਸੰਬੰਧਿਤ ਹੈ, ਚਾਹੇ ਕੋਈ ਟਰੱਕ ਲੋਡਰ, ਤੁਸੀਂ ਦੱਸਿਆ ਜਿਸ ਤਰ੍ਹਾਂ ਭਾਜੀ ਨੇ ਵੀ ਟਰੱਕ ਲੋਡਿੰਗ ਦਾ ਜੋ ਕੰਮ ਹੈ, ਜਾਂ ਕੋਈ ਅਨੇਕਾਂ ਕੰਮ ਨੇ, ਅਗਰ ਤੁਹਾਨੂੰ ਆਉਂਦੇ ਨੇ, ਕੋਈ ਘਬਰਾਉਣ ਦੀ ਲੋੜ ਨਹੀਂ। ਬਸ ਇੱਕੋ ਨਾਮ ਫਲਾਈਂਗ ਪੈਟਰਲਸ ਇਮੀਗ੍ਰੇਸ਼ਨ, ਸ਼ਹਿਰ ਖੰਨਾ। ਵੱਧ ਚੜ ਕੇ ਆਓ, ਇਹਨਾਂ ਨਾਲ ਸੰਪਰਕ ਕਰੋ। ਨੰਬਰ ਨੇ ਇਹਨਾਂ ਦੇ ਨੀਚੇ ਜੋ ਸਕਰੋਲ ਲਾਈਨ ਇੱਥੇ ਚੱਲ ਰਹੀ ਹੈ, ਇੱਥੇ ਸੰਪਰਕ ਕਰਕੇ ਇੱਥੇ ਆ ਸਕਦੇ ਹੋ। ਧੰਨਵਾਦ ਜੀ।